गुरमुख ला गए, गुरमुख ला गए, गुरमुख ला गए, गुरमुख ला गए, गुरमुख ला गुरमुख ला गए, गुरमुख ला मन मुख चले मूल गवाए दियो, गुरमुख ला गए, गुरमुख ला गए, गुरमुख ला गुरमुख ला मन मुख चले मूल गवाए दियो, गुरमुख ला गए, गुरमुख ला गए। सब इकट्ठे हुए आया, करजा सनवाट बटाया, सब इकट्ठे हुए आया, करजा सनवाट बटाया, गुरमुख ला गए, गुरमुख ला गए, मन मुख चले मूल गवाए दियो, गुरमुख ला गए,
वटवंदन नमक फेरिया मल लथे लेंदे फेरिया वटवंदन नमक फेरिया मल लथे लेंदे फेरिया निहते पंजवान में निहते पंजवान में गुरथा पीती कणगियो गुरमुखला ले गए गुरमुखला ले गए गुरमुखला ले गए गुरमुखला ले गए मन मुख चले मूल गवाए दिया गुरमुखला ले गए गुरमुखला ले तुम वरना कहना बाहरा हर से हाजर जाएगा तुम वरना कहना बाहरा हर से हाजर जाएगा सुन सुन तुझे आएंगे सुन सुन तुझे आएंगे तेरे पवित्र गुण दास जियो गुरमुखला ले गए गुरमुखला ले गए गुरमुखला ले गए गुरमुखला मन मुख चले मूल गवाए दिया गुरमुखला ले गए गुरमुखला ले गए सब इकट्ठे हुए आया करका सनवाट बटाया सब इकट्ठे हुए आया करका सनवाट बटाया गुरमुखला ले गए गुरमुखला ले गए मन मुख चले मूल गवाए दियो गुरमुखला ले गए गुरमुखला ले गए गुरमुखला ले गए गुरमुखला ले गए मैं जुग जुग दे शेवड़ी गुरकटी मेरी जेवड़ी मैं जुग जुग दे शेवड़ी गुरकटी मेरी जेवड़ी हाँ बहुत
ਸਭ ਇਕੱਠੇ ਹੋਏ ਆਇਆ, ਕਰਜਾਸਨ ਵਾਟ ਵਟਾਇਆ, ਗੁਰਮੁਖ ਲੈ ਗਏ, ਮਨ ਕੋ ਚੱਲੇ ਮੂਲ ਗਵਾਏ ਜੀਓ। ਸਭ ਇਕੱਠੇ ਹੋਏ ਆਇਆ, ਕਰਜਾਸਨ ਵਾਟ ਵਟਾਇਆ। ਪਾਤਸ਼ਾਹ ਨੇ ਬਹੁਤ ਸੁੰਦਰ ਉਦਾਹਰਣ ਦੇ ਕੇ ਇਸ ਜੀਵ ਨੂੰ ਸਮਝਾਇਆ। ਪਾਤਸ਼ਾਹ ਕਹਿੰਦੇ ਨੇ ਇਕੱਠੇ ਹੋ ਕੇ ਆਉਣ ਦਾ ਭਾਵ ਸਾਰੇ ਜੀਵ ਇੱਕੋ ਰਸਤੇ ਤੋਂ ਸੰਸਾਰ ਵਿੱਚ ਆਉਂਦੇ ਨੇ, ਮਾਤਾ ਦੇ ਗਰਭ ਤੋਂ। ਸਭ ਇਕੱਠੇ ਹੋਏ ਆਇਆ, ਸਾਰੇ ਜੀਵ ਇੱਕੋ ਰਸਤੇ ਤੋਂ ਸੰਸਾਰ ਵਿੱਚ ਆਉਂਦੇ ਨੇ, ਤੇ ਜਦੋਂ ਸੰਸਾਰ ਨੂੰ ਛੱਡ ਕੇ ਅਸਲ ਘਰ ਪਰਮਾਤਮਾ ਦੀ ਦਰਗਾਹ ਵੱਲ ਜਾਂਦੇ ਨੇ, ਪਾਤਸ਼ਾਹ ਕਹਿੰਦੇ ਨੇ ਫਿਰ ਸਾਰਿਆਂ ਦੇ ਰਸਤੇ ਬਦਲੇ ਹੋਏ ਹੁੰਦੇ ਨੇ। ਸਭ ਇਕੱਠੇ ਹੋਏ ਆਇਆ, ਕਰਜਾਸਨ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀ। ਭਾਈ ਜਿਹੜੇ ਗੁਰੂ ਦੇ ਸਨਮੁਖ ਹੋ ਕੇ ਰਹਿੰਦੇ ਨੇ, ਗੁਰੂ ਦੇ ਉਪਦੇਸ਼ ਦੀ ਆਪਣੇ ਜੀਵਨ ਵਿੱਚ ਕਮਾਈ ਕਰਦੇ ਨੇ, ਪਾਤਸ਼ਾਹ ਕਹਿੰਦੇ ਨੇ ਉਹ ਤੇ ਸੰਸਾਰ ਤੋਂ ਲਾਹਾ ਖੱਟ ਕੇ ਜਾਂਦੇ ਨੇ। ਤੇ ਜਿਹੜੇ ਮਨਮੁਖ ਨੇ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ, ਪਾਤਸ਼ਾਹ ਕਹਿੰਦੇ ਉਹਨਾਂ ਲਾਹਾ ਤੇ ਕੀ ਖੱਟਣਾ ਹੈ, ਬਲਕਿ ਪਰਮਾਤਮਾ ਵੱਲੋਂ ਦਿੱਤੀ ਹੋਈ ਮੂਲ ਰੂਪ ਦੀ ਸਵਾਸਾਂ ਦੀ ਰਾਸ਼ੀ ਨੂੰ ਵੀ ਗਵਾ ਕੇ ਚਲੇ ਜਾਂਦੇ ਨੇ। ਸਭ ਇਕੱਠੇ ਹੋਏ ਆਇਆ, ਕਰਜਾਸਨ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ। ਉਸ ਪਰਮਾਤਮਾ ਨੇ ਹਰ ਜੀਵ ਨੂੰ ਮੂਲ ਰੂਪ ਵਿੱਚ ਸਵਾਸਾਂ ਦੀ ਰਾਸ਼ੀ ਦੇ ਕੇ ਸੰਸਾਰ ਤੇ ਭੇਜਿਆ। ਤਾਈਓ ਬਾਣੀ ਵਿੱਚ ਥਾਂ ਥਾਂ ਤੇ ਕਿਤੇ ਇਸ ਜੀਵ ਨੂੰ ਵਣਜਾਰਾ ਲਿਖਿਆ, ਕਿਤੇ ਵਪਾਰੀ ਲਿਖਿਆ। ਇਹ ਸਵਾਸਾਂ ਦੀ ਰਾਸ਼ੀ ਲੈ ਕੇ ਸੰਸਾਰ ਵਿੱਚ ਆਇਆ, ਤੇ ਆਇਆ ਵੀ ਸੱਚ ਦਾ ਵਪਾਰ ਕਰਨ ਲਈ ਹੈ। ਤਾਈਓ ਮੇਰੇ ਪਾਤਸ਼ਾਹ ਇਸ ਨੂੰ ਵਪਾਰੀ ਵੀ ਲਿਖ ਰਹੇ ਨੇ, ਵਣਜਾਰਾ ਵੀ ਲਿਖ ਰਹੇ ਨੇ। ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਭੈ ਖੇਪ ਤੁਮਾਰੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਨੂੰ ਵਣਜਾਰਾ ਲਿਖ ਰਹੇ ਨੇ। ਵਣਜ ਕਰੋ ਵਣਜਾਰਿਓ, ਵਖਰ ਲਿਹੋ ਸੰਭਾਲ, ਤੈਸੀ ਵਸਤ ਵਿਸਾਈ ਹੈ, ਜੈਸੀ ਨਿਭੈ ਨਾਲ, ਅੱਗੇ ਸਾਓ ਸੁਜਾਨ ਹੈ, ਲੈਸੀ ਵਸਤ ਸੰਭਾਲ। ਭਾਈ ਰੇ ਰਾਮ ਕਹੋ ਚਿਤ ਲਾਏ,
ਹਰ ਜਸ ਵਖਰ ਲੈ ਚਲੋ, ਸੋ ਦੇਖੈ ਪਤਿਆ। ਹਰੀ ਜਸ ਦਾ ਲਾਹਾ ਲੈ ਕੇ, ਨਾਮ ਸਿਮਰਨ ਦਾ ਲਾਹਾ ਲੈ ਕੇ ਜਦੋਂ ਸੰਸਾਰ ਤੋਂ ਜਾਵੋਗੇ ਨਾ, ਤੇ ਤੁਹਾਡੇ ਇਸ ਲਾਹੇ ਨੂੰ ਵੇਖ ਕੇ ਉਹ ਪਰਮਾਤਮਾ ਖੁਸ਼ ਹੋਵੇਗਾ। ਕਈਆਂ ਪਾਸ਼ਾ ਨੇ ਬਾਣੀ ਵਿੱਚ ਵੀ ਬਚਨ ਕੀਤੇ ਨੇ, ਇਹਾਂ ਖਾਟ ਚਲੋ ਹਰ ਲਾਹਾ, ਆਗੇ ਵਸਨ ਸੁਵੇਲਾ। ਤੇ ਸਤਿਗੁਰਾਂ ਨੇ ਇਹ ਜਿਹੜੀ ਸਵਾਸਾਂ ਦੀ ਰਾਸ਼ੀ ਦਿੱਤੀ ਹੈ, ਹਰ ਜੀਵ ਨੂੰ ਦਿੱਤੀ ਹੈ। ਕਿਸੇ ਨੂੰ ਘੱਟ ਦਿੱਤੀ, ਕਿਸੇ ਨੂੰ ਵੱਧ ਦਿੱਤੀ। ਇਹ ਦਿੱਤੀ ਹੀ ਸੱਚ ਦਾ ਵਪਾਰ ਕਰਨ ਲਈ ਹੈ, ਨਾਮ ਦਾ ਵਪਾਰ ਕਰਨ ਲਈ ਹੈ। ਪਰ ਜੇ ਕਿਤੇ ਇਹ ਜੀਵ, ਇਹ ਮਨੁੱਖ ਇਸ ਸਵਾਸਾਂ ਦੀ ਰਾਸ਼ੀ ਨੂੰ, ਸੱਚ ਦਾ ਵਪਾਰ ਛੱਡ ਕੇ, ਨਾਮ ਦਾ ਵਪਾਰ ਛੱਡ ਕੇ ਖੋਟੇ ਵਪਾਰਾਂ ਵਿੱਚ ਲਗਾਉਂਦਾ ਹੈ ਨਾ, ਤੇ ਪਾਤਸ਼ਾਹ ਇਸ ਗੱਲ ਦਾ ਉਦਾਹਰਣ ਦਿੰਦੇ ਨੇ, ਸਾਨੂੰ ਸਮਝਾਉਂਦੇ ਨੇ ਕਿ ਖੋਟੇ ਵਪਾਰ ਕਰਨ ਦੇ ਨਾਲ ਤੇਰਾ ਮਨ ਵੀ ਖੋਟਾ ਤੇ ਤੇਰਾ ਤਨ ਵੀ ਖੋਟਾ। ਖੋਟਾ ਵਣਜ ਵਣਜੀ ਹੈ, ਮਨ ਤਨ ਖੋਟਾ ਹੋਵੇ। ਖੋਟੇ ਵਪਾਰ ਕਰਨ ਦੇ ਨਾਲ ਮਨ ਵੀ ਖੋਟਾ ਤੇ ਤਨ ਵੀ ਖੋਟਾ। ਤੇ ਪਾਤਸ਼ਾਹ ਕਹਿੰਦੇ ਨੇ ਕਿ ਹੇ ਜੀਵ, ਜੇ ਤੂੰ ਖੋਟੇ ਵਪਾਰ ਕਰ ਕਰਕੇ ਆਪਣੇ ਆਪ ਨੂੰ ਖੋਟਾ ਕਰ ਲਿਆ ਨਾ, ਤੇ ਫਿਰ ਪਰਮਾਤਮਾ ਦੀ ਦਰਗਾਹ ਵਿੱਚ ਨਹੀਂ ਚੱਲ ਪਾਵੇਗਾ। ਕਿਉਂਕਿ ਉੱਥੇ ਖੋਟਿਆਂ ਦੀ ਲੋੜ ਨਹੀਂ, ਉੱਥੇ ਸੱਚੇ ਹੀ ਸੱਚ ਨਿਬੜੈ। ਉੱਥੇ ਤੇ ਸੱਚਿਆਂ ਦੀ ਲੋੜ ਹੈ। ਵੇਖੋ ਸਤਿਗੁਰਾਂ ਨੇ ਬਾਣੀ ਵਿੱਚ ਦੋਵੇਂ ਤਰ੍ਹਾਂ ਦੇ ਉਦਾਹਰਣ ਦਿੱਤੇ ਨੇ। ਇਸ ਜੀਵ ਨੂੰ ਸਮਝਾਉਂਦਿਆਂ ਹੋਇਆਂ ਪਾਤਸ਼ਾਹ ਇੱਕ ਉਦਾਹਰਣ ਦੇ ਰਹੇ ਨੇ ਕਿ ਹੇ ਜੀਵ, ਮਨੁੱਖਾ ਜਨਮ ਪ੍ਰਾਪਤ ਕਰਕੇ ਸੰਸਾਰ ਵਿੱਚ ਆਇਆ, ਤੇ ਮਨੁੱਖਾ ਜਨਮ ਮਿਲਿਆ ਤੇ ਤੈਨੂੰ ਨਾਮ ਸਿਮਰਨ ਕਰਨ ਲਈ ਸੀ, ਸੱਚ ਦਾ ਵਪਾਰ ਕਰਨ ਲਈ ਸੀ। ਭਈ ਪ੍ਰਾਪਤ ਮਾਨਕ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰਿਆ। ਪਰ ਤੂੰ ਇਸ ਮਨੁੱਖਾ ਜਨਮ ਵਿੱਚ ਆ ਕੇ ਨਾਮ ਸਿਮਰਨ ਨਹੀਂ ਕੀਤਾ, ਸੱਚ ਦਾ ਵਪਾਰ ਨਹੀਂ ਕੀਤਾ, ਬਲਕਿ ਇਸ ਮਨੁੱਖਾ ਜਨਮ ਤੇ ਅਨੇਕਾਂ ਪ੍ਰਕਾਰ ਦੇ ਦੋਸ਼ ਲਵਾ ਲਏ ਨੇ। ਤੇ ਪਾਤਸ਼ਾਹ ਕਹਿੰਦੇ ਨੇ, ਜੇ ਤੇ ਇਸ ਮਨੁੱਖਾ ਜਨਮ ਤੇ ਦੋਸ਼ ਲਵਾ ਲਏ ਨੇ ਨਾ, ਫਿਰ ਪਰਮਾਤਮਾ ਦੀ ਦਰਗਾਹ ਵਿੱਚ ਤੈਨੂੰ ਕੋਈ ਥਾਂ ਨਹੀਂ ਮਿਲਦੀ। ਦਾਗ ਦੋਸ ਮੋਹ ਚਲਿਆ ਲਾਏ, ਦਰਗਹਿ ਬੈਸਣ ਨਹੀਂ ਜਾਏ। ਪਰਮਾਤਮਾ ਦੀ ਦਰਗਾਹ ਵਿੱਚ ਬੈਠਣ ਲਈ ਤੈਨੂੰ ਕੋਈ ਥਾਂ ਨਹੀਂ ਮਿਲਣੀ, ਕੋਈ ਜਗ੍ਹਾ ਨਹੀਂ ਮਿਲਣੀ। ਤੇ ਦੂਜੇ ਪਾਸੇ ਮੇਰੇ ਸਤਿਗੁਰੂ ਜੀ ਇਸ ਗੱਲ ਦੀ ਗਵਾਹੀ ਵੀ ਦੇ ਰਹੇ ਨੇ ਕਿ ਹੇ ਜੀਵ, ਜੇ ਸੰਸਾਰ ਵਿੱਚ ਆ ਕੇ ਮਨੁੱਖਾ ਜਨਮ ਪ੍ਰਾਪਤ ਕਰਕੇ ਇਸ ਮਨੁੱਖਾ ਜਨਮ ਰਾਹੀਂ, ਮਨੁੱਖਾ ਸਰੀਰ ਰਾਹੀਂ ਸਿਮਰਨ ਕਰ ਲਿਆ, ਸੇਵਾ ਕਰ ਲਈ, ਤੇ ਪਾਤਸ਼ਾਹ ਕਹਿੰਦੇ ਨੇ ਇਸ ਗੱਲ ਦੀ ਗਵਾਹੀ ਹੈ ਕਿ ਤੈਨੂੰ ਪਰਮਾਤਮਾ ਦੀ ਦਰਗਾਹ ਵਿੱਚ ਬੈਠਣ ਲਈ ਥਾਂ ਮਿਲ ਜਾਵੇਗੀ। ਵਿੱਚ ਦੁਨੀਆ ਸੇਵ ਕਮਾਈ ਹੈ, ਤਾਂ ਦਰਗਹਿ ਬੈਸਣ ਪਾਈ ਹੈ। ਇਸ ਲਈ ਮੇਰੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਬਾਰ-ਬਾਰ ਬਾਣੀ ਰਾਹੀਂ ਕਿ ਜਿਹੜੇ ਜੀਵ ਗੁਰੂ ਦੇ ਸਨਮੁਖ ਹੋ ਕੇ ਰਹਿੰਦੇ ਨੇ, ਗੁਰੂ ਦੇ ਉਪਦੇਸ਼ ਦੀ ਆਪਣੀ ਜੀਵਨ ਵਿੱਚ ਕਮਾਈ ਕਰਦੇ ਨੇ,
ਭਾਈ ਉਹ ਤੇ ਸੰਸਾਰ ਤੋਂ ਲਾਹਾ ਖੱਟ ਕੇ ਜਾਂਦਾ ਜੀ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ, ਸੱਚਾ ਪਿੜ ਮੰਨਿਆ। ਅਨੇਕਾਂ ਉਦਾਹਰਣ ਬਾਣੀ ਵਿੱਚ ਦਿੱਤੇ ਨੇ ਪਾਸਨ। ਜਿਨ ਗੁਰਮੁਖ ਨਾਮ ਤੇ ਆਇਆ, ਆਏ ਤੇ ਪਰਵਾਨ, ਨਾਨਕ ਕੁਲ ਉਧਾਰੈ ਆਪਣਾ, ਦਰਗਹਿ ਪਾਵਨ। ਉਹ ਆਪਣਾ ਹੀ ਉਧਾਰ ਨਹੀਂ ਕਰ ਜਾਂਦੇ, ਬਲਕਿ ਆਪਣੀ ਕੁਲਾਂ ਤੱਕ ਦਾ ਉਧਾਰ ਕਰ ਜਾਂਦੇ ਨੇ, ਜਿਹੜੇ ਇਸ ਮਨੁੱਖਾ ਜਨਮ ਦੇ ਵਿੱਚ ਆ ਕੇ ਨਾਮ ਸਿਮਰਨ ਕਰ ਜਾਂਦੇ ਨੇ। ਇਸੇ ਲਈ ਪਾਤਸ਼ਾਹ ਨੇ ਸਾਨੂੰ ਸਮਝਾਇਆ ਕਿ ਜਿਹੜੇ ਜੀਵ ਗੁਰੂ ਦੇ ਸਨਮੁਖ ਹੋ ਕੇ ਰਹਿੰਦੇ ਨੇ, ਗੁਰੂ ਦੇ ਉਪਦੇਸ਼ ਦੀ ਆਪਣੀ ਜੀਵਨ ਵਿੱਚ ਕਮਾਈ ਕਰਦੇ ਨੇ, ਉਹ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰ ਜਾਂਦੇ ਨੇ। ਜਿਸ ਮਕਸਦ ਲਈ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਸੀ, ਉਸ ਮਕਸਦ ਨੂੰ ਪਛਾਣ ਕੇ ਤੇ ਨਾਮ ਸਿਮਰਨ ਕਰਕੇ, ਬੰਦਗੀ ਕਰਕੇ, ਗੁਰੂ ਦੇ ਨਾਲ ਜੁੜ ਕੇ, ਗੁਰੂ ਵਾਲੇ ਬਣ ਕੇ, ਗੁਰੂ ਦੀ ਬਾਣੀ ਦੇ ਰਾਹੀਂ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰ ਦਿੰਦੇ ਨੇ। ਇਸੇ ਲਈ ਪਾਤਸ਼ਾਹ ਸਾਨੂੰ ਬਾਣੀ ਰਾਹੀਂ ਸਮਝਾ ਰਹੇ ਨੇ ਕਿ ਹੇ ਜੀਵ, ਜਿੰਨੇ ਵੀ ਜੀਵ ਸੰਸਾਰ ਵਿੱਚ ਨੇ, ਆਉਂਦੇ ਨੇ ਇੱਕੋ ਹੀ ਰਸਤੇ ਤੋਂ, ਪਰ ਜਦੋਂ ਅਸਲ ਘਰ ਸੰਸਾਰ ਨੂੰ ਛੱਡ ਕੇ ਅਸਲ ਘਰ ਪਰਮਾਤਮਾ ਦੀ ਦਰਗਾਹ ਵੱਲ ਜਾਂਦੇ ਨੇ, ਤੇ ਸਭ ਦੇ ਰਸਤੇ ਵੱਖਰੇ ਹੁੰਦੇ ਨੇ। ਜਿਹੜੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰਦੇ ਨੇ, ਭਾਈ ਉਹ ਤੇ ਲਾਹਾ ਖੱਟ ਕੇ ਜਾਂਦੇ ਨੇ, ਤੇ ਜਿਹੜੇ ਆਪਣੇ ਮਨ ਦੇ ਪਿੱਛੇ ਲੱਗੇ ਰਹਿੰਦੇ ਨੇ, ਉਹਨਾਂ ਲਾਹਾ ਤੇ ਕੀ ਖੱਟਣਾ ਹੈ, ਬਲਕਿ ਪਰਮਾਤਮਾ ਵੱਲੋਂ ਦਿੱਤੀ ਹੋਈ ਸਵਾਸਾਂ ਦੀ ਰਾਸ਼ੀ ਨੂੰ ਵੀ ਗਵਾ ਕੇ ਚਲੇ ਜਾਂਦੇ। ਜਿਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਨ ਵਾਸਤੇ ਆਪਾਂ ਇਕੱਠੇ ਹੋਏ ਹਾਂ, ਇੱਕ ਬਹੁਤ ਸੁੰਦਰ ਜੀਵਨ ਸਤਿਗੁਰਾਂ ਨੇ ਉਮਰਾਂ ਵੀ ਖੁੱਲੀਆਂ ਦਿੱਤੀਆਂ, ਤੇ ਬਾਬਾ ਓਂਕਾਰ ਸਿੰਘ ਜੀ ਨੇ ਉਹਨਾਂ ਉਮਰਾਂ ਨੂੰ ਲਾਇਆ ਵੀ ਬਾਣੀ ਦੇ ਵਿੱਚ। ਬਾਣੀ ਦੇ ਪਾਠ ਕਰਨੇ, ਬਾਣੀ ਦੇ ਨਾਲ ਜੁੜਿਆ ਰਹਿਣਾ, ਤੇ ਜਿਵੇਂ ਪਰਿਵਾਰ ਨੇ ਦੱਸਿਆ, ਆਖਰੀ ਸਵਾਸਾਂ ਤੱਕ ਵਾਹਿਗੁਰੂ ਦਾ ਸਿਮਰਨ ਇਸ ਰਸਨਾ ਤੋਂ ਚੱਲਦਾ ਰਿਹਾ। ਇਹ ਬਹੁਤ ਵੱਡੀ ਗੱਲ ਹੈ। ਸਤਿਗੁਰਾਂ ਨੇ ਬਾਣੀ ਵਿੱਚ ਕਈ ਤਰ੍ਹਾਂ ਦੇ ਉਦਾਹਰਣ ਦਿੱਤੇ ਨੇ ਕਿ ਹੇ ਜੀਵ, ਇਹ ਤੇ ਅਟਲ ਸੱਚਾਈ ਹੈ ਕਿ ਜੇ ਸੰਸਾਰ ਵੀ ਜਨਮ ਲੈ ਕੇ ਆਇਆ ਤੇ ਇੱਕ ਦਿਨ ਮਰਨਾ ਵੀ ਹੈ। ਅਟਲ ਸੱਚਾਈ ਹੈ, ਤੇ ਮਰਨਾ ਹੈ ਬੜਾ ਔਖਾ, ਤੇ ਮਰਨਾ ਵੀ ਕੋਈ ਨਹੀਂ ਚਾਹੁੰਦਾ। ਸਤਿਗੁਰੂ ਜੀ ਬਾਣੀ ਵਿੱਚ ਬਚਨ ਕਰਦੇ ਨੇ, ਮਰਨੇ ਤੇ ਜਗਤ ਡਰੈ, ਜੀਵਿਆ ਲੋੜੈ ਸਭ ਕੋਇ। ਹਰ ਮਨੁੱਖ ਜੀਵਣਾ ਚਾਹੁੰਦਾ, ਬਹੁਤ ਔਖਾ ਹੈ ਮਰਨਾ। ਪਰ ਮੇਰੇ ਪਾਤਸ਼ਾਹ ਇੱਕ ਐਸਾ ਰਸਤਾ ਵੀ ਦੱਸ ਰਹੇ ਨੇ ਕਿ ਹੇ ਜੀਵ, ਜਿਹੜਾ ਮਰਨਾ ਔਖਾ ਹੈ ਨਾ, ਜੇ ਤੂੰ ਕਿਤੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਲਵੇ ਨਾ, ਤਾਂ ਤੇਰਾ ਮਰਨਾ ਵੀ ਸੌਖਾ ਹੋ ਜਾਵੇ।
क्या जाना किव मरेंगे कैसा मरना होए, जेकर साहिब मनो ना विसरै तां सहला मरना, मरना भी सौखा हो जाता है। इसलिए सत्कारयोग बाबा ओंकार सिंह जी जिन्होंने अपना जीवन सारा जीवन ही संसारिक कार विहार ते सारे ही करते ने, किरत सारे ही करते ने, पर बाणी दे नाल कोई विरला ही जुड़ता है, ते जेड़े जुड़ जाते ने वो फिर अपने मनुखा जन्म नूं सफला कर जाते ने। ताइयों मेरे गुरु नानक साहब इस गलती का गवाही दे रहे हैं, जिन्नी नाम ते आया गए मशक्कत काल, नानक ते मुख उजले केती छुटी ना। परमात्मा की दरगाह विच उन्हां दे मुख उजले हुंदे ने। आओ जिवें सतगुरु जी सानू समझा रहे ने बाणी दे राही, सब इकट्ठे होए आया कर जासन वाट वटाया, गुरमुख लाहा लै गए मन मुख चले मूल गवाए जी। सब इकट्ठे हुए सेवा प्रवान करनी गुरु के चरणों में यही अरदास बेनती है। सतगुरु जी जिन्नी का आयु आपने ने बख्शिश की सी उन्नी जाय आयु विच विचरदियां होइयां जाने अनजाने विच अनेकां प्रकार दीयां भुलां गलतियां होइयां होंगियां। सतगुरु जी उन्हां भुलां नूं ना चितारना, उस पावन आत्मा नूं सदैव सदैव लिए अपने चरणों में निवास बख्शिश करना। आवागमन के गेट तो बचा के रखना, पीछे परिवार नूं भाणा नूं दादा बख्शिश करना। उस पावन आत्मा की शांति की अरदास विच शामिल होंदियां होइयां बाणी के सत्कार विच कीर्तन के सत्कार विच परिवार वालों समूह संगतां वालों बेअंत माया कीर्तन मेघ अरदास हुई। सतगुरु जी शब्द नाम आप जानी जान खजाने भरपूर करने, दरो करो नाम दान कुछ की जीवन बख्शिश करना, भुल्लां चुकां दी खिमा। हुण सत्कारयोग साडे प्रचारक जी कथावाचक जी कुछ समय लई आप जी नूं गुरमत विचारां राहीं निहाल करनगे। इसी तरह प्यार सत्कार नाल सजे रहो, करो फतेह परवान। वाहिगुरु जी का खालसा वाहिगुरु जी